ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਪੈਗੰਬਰੀ ਪੁਰਸ਼ਾਂ ਨੇ, ਅਵਤਾਰੀ ਪੁਰਸ਼ਾਂ ਨੇ ਆਪਣੀ ਉਮਤ ਨੂੰ ਜਨਮ ਦਿੱਤਾ ਹੈ, ਉਹਨਾਂ ਦੇ ਅੱਗੋਂ ਚੇਲੇ ਤੇ ਹੋਏ ਨੇ, ਉਹਨਾਂ ਨੇ ਬਰਾਬਰੀ ਨਹੀਂ ਦਿੱਤੀ ਅਗਾਂਹ ਚੱਲ ਕੇ। ਗੁਰੂ ਨਾਨਕ ਨੂੰ 10 ਜਾਮੇ ਧਾਰਨ ਕਰਨੇ ਪਏ ਔਰ ਇਹ 10 ਰੂਪ ਗੁਰੂ ਨਾਨਕ ਦੇ ਕਹਿਲਾਏ। ਇਹ ਇੱਕ ਨਿਰਾਲੀ ਜਿਹੀ ਘਟਨਾ ਧਾਰਮਿਕ ਇਤਿਹਾਸ ਦੇ ਵਿੱਚ ਦਿਖਾਈ ਦਿੰਦੀ ਹੈ। ਕੰਮ ਬੜਾ ਲੰਬਾ ਸੀ, ਉਹਦੇ ਲਈ ਸਮਾਂ ਚਾਹੀਦਾ ਸੀ। ਕੰਮ ਦੇ ਕਈ ਪਹਿਲੂ ਸਨ, ਤੋਂ ਵੱਖ-ਵੱਖ ਸਰੀਰ ਚਾਹੀਦੇ ਸਨ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 10 ਜਾਮੇ ਧਾਰਨ ਕਰਨੇ ਪਏ। ਔਰ ਸ਼ਬਦ ਹੈ ਮਹੱਲਾ ਮਹੱਲਾ, ਕਹਿੰਦੇ ਨੇ ਘਰ ਨੂੰ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਘਰ ਬਦਲਨੇ ਪਏ। ਮਹੱਲਾ ਸ਼ਬਦ ਇਹ ਅਰਬੀ ਦਾ ਟਿਕਾਣਾ, ਅਸਥਾਨ, ਮਹੱਲ। ਜਦ ਪੂਰੀ ਸਮਝ ਨਹੀਂ ਸੀ, ਗੁਰਬਾਣੀ ਗ੍ਰਾਮਰ ਦਾ ਬੋਧ ਨਹੀਂ ਸੀ, ਉਦੋਂ ਮਹੱਲਾ ਨੂੰ ਮਹਿਲਾ ਕਰਕੇ ਪੜ੍ਹਦੇ ਸਨ। ਇਹਦੇ ਅਰਥ ਕਰਦੇ ਸਨ ਇਸਤਰੀ, ਵੀ ਸਤਿਗੁਰੂ ਇਸਤਰੀ ਰੂਪ ਦੇ ਵਿੱਚ ਬਾਣੀ ਉਚਾਰਨ ਪਏ ਕਰਦੇ ਨੇ। ਜਦ ਕਿ ਗੁਰਬਾਣੀ ਗ੍ਰਾਮਰ ਨੇ ਇਸ ਨੂੰ ਗਲਤ ਸਾਬਤ ਕਰ ਦਿੱਤਾ, ਕਿਉਂਕਿ ਕਿਧਰੇ ਸਾਫ਼ ਅੱਖਰਾਂ ਦੇ ਵਿੱਚ ਵੀ ਲਿਖਿਆ ਹੈ ਪਹਿਲਾ, ਦੂਜਾ, ਤੀਜਾ। ਅਗਰ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਨੇ ਤਾਂ ਫਿਰ ਸਾਨੂੰ ਇੰਝ ਉਚਾਰਨ ਕਰਨਾ ਚਾਹੀਦਾ ਸੀ। ਔਰ ਲਿਖਤ ਦੇ ਵਿੱਚ ਵੀ ਐਸਾ ਹੁੰਦਾ, ਮਹੱਲਾ ਪਹਿਲੀ, ਮਹੱਲਾ ਦੂਜੀ, ਮਹਿਲਾ ਤੀਜੀ। ਇਸ ਤਰ੍ਹਾਂ ਹੈ ਨਹੀਂ। ਪੁਰਸ਼ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ। ਮਹੱਲਾ ਤੋਂ ਮੁਰਾਦ ਘਰ, ਟਿਕਾਣਾ, ਅਸਥਾਨ। ਕਿਤਨੇ ਘਰ ਗੁਰੂ ਨਾਨਕ ਨੇ ਬਦਲੇ। ਇਹ ਕੋਈ ਗਾਲਬਨ 250 ਸਾਲ ਦਾ ਪੀਰੀਅਡ ਬਣਦਾ ਹੈ, ਜਿਸ ਦੇ 10 ਜਾਮੇ ਯਕੇ ਬਾਦੀ ਕਰੇ ਧਾਰਨ ਕੀਤੇ। ਕਿਆ ਵਾਕਈ 10 ਜਾਮਿਆਂ ਦੀ ਲੋੜ ਸੀ? ਕਿਉਂਕਿ ਧਾਰਮਿਕ ਇਤਿਹਾਸ ਦੇ ਵਿੱਚ ਐਸਾ ਘੱਟ ਹੀ ਹੋਇਆ ਹੈ ਅੱਜ ਤੱਕ। ਜਿੰਨੇ ਪ੍ਰਮਾਣਿਕ ਪੈਗੰਬਰੀ ਪੁਰਸ਼ ਮੰਨੇ ਗਏ ਨੇ, ਅਵਤਾਰੀ ਪੁਰਸ਼ ਮੰਨੇ ਗਏ ਨੇ, ਉਹ ਜੋ ਕੁਝ ਕਰਨਾ ਚਾਹੁੰਦੇ ਸਨ ਆਪਣੇ ਉਸ ਦਾਇਰੇ 'ਚ ਕਰਕੇ ਉਸ ਤਰ੍ਹਾਂ ਦੀ ਕਿਸੇ ਪ੍ਰਣਾਲੀ ਨੂੰ ਜਨਮ ਨਹੀਂ ਦਿੱਤਾ। ਪਰ ਗੁਰੂ ਨਾਨਕ ਦੀ ਫਿਰ ਦੂਸਰੀ ਗੱਦੀ, ਤੀਸਰੀ ਗੱਦੀ, ਚੌਥੀ ਗੱਦੀ, ਇਹ ਇਸ ਤਰ੍ਹਾਂ 10ਵੇਂ ਪਿਤਾ ਤੱਕ ਗੱਲ ਚਲੀ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਸ ਚੱਲ ਰਹੀ ਪ੍ਰਥਾ ਨੂੰ ਸਮਾਪਤ ਕੀਤਾ। ਇਸ ਦੇ ਪਿੱਛੇ ਜਿਹੜੇ ਕੁਝ ਕਾਰਨ ਨੇ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਕਿਉਂਕਿ ਧਰਮ ਦੇ ਜਿਹੜੇ ਕੁਝ ਬੁਨਿਆਦੀ ਅੰਗ ਨੇ, ਜ਼ਰੂਰੀ ਅੰਗ ਨੇ, ਉਹਨਾਂ ਨੂੰ ਲਾਜ਼ਮੀ ਸਮਝੀਏ ਤੇ ਜਾਣੀਏ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ, ਆਪ ਨੂੰ ਦਿਸਿਆ ਮਨੁੱਖ ਪੂਰਨ ਤੌਰ ਦੇ ਵਿੱਚ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। ਪਸ਼ੂ ਪਸ਼ੂਆਂ ਦੀ ਤਰ੍ਹਾਂ ਜੀ ਰਹੇ ਨੇ, ਮਨੁੱਖ ਮਨੁੱਖਾਂ ਦੀ ਤਰ੍ਹਾਂ ਨਹੀਂ ਜੀ ਰਿਹਾ, ਬੰਦਾ ਬੰਦਿਆਂ ਦੀ ਤਰ੍ਹਾਂ ਨਹੀਂ ਜੀ ਰਿਹਾ। ਗੁਸਤਾਖੀ ਮਾਫ, ਕੁੱਤਾ ਕੁੱਤੇ ਦੀ ਤਰ੍ਹਾਂ ਜੀ ਰਿਹਾ ਹੈ, ਗਊ ਗਊ ਦੇ ਢੰਗ ਨਾਲ ਜੀ ਰਹੀ ਹੈ, ਸ਼ੇਰ ਸ਼ੇਰ ਦੇ ਤੌਰ ਤਰੀਕੇ ਨਾਲ ਜੀ ਰਿਹਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ, ਬਲਕਿ ਮਨੁੱਖ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ। ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਪਸ਼ੂ ਦੇ ਅੰਦਰ ਮਨੁੱਖਤਾ ਪੈਦਾ ਕਰਨੀ ਸੀ ਔਰ ਮਨੁੱਖਤਾ ਦੇ ਅੰਦਰ ਦੇਵਤਾਪਣ, ਪ੍ਰਭੂਪਣ, ਆਤਮ ਜੋਤੀ ਪੈਦਾ ਕਰਨੀ ਸੀ। ਕੰਮ ਬੜਾ ਲੰਬਾ ਸੀ, ਬਹੁਤ ਲੰਬਾ। ਇਸ ਵਾਸਤੇ ਜਾਮੇ ਬਾਰ-ਬਾਰ ਹੋਰ ਅਨੇਕਾਂ ਧਾਰਨ ਕਰਨੇ ਪਏ। ਦਾਸ ਨੇ ਇਸ ਤਰ੍ਹਾਂ ਦੀਆਂ ਕਈ ਕਿਤਾਬਾਂ ਦੇਖੀਆਂ ਨੇ, ਕਈ ਟੀਕੇ ਦੇਖੇ ਨੇ ਜੋ ਇੱਕ ਪੁਰਸ਼ ਨੇ ਨਹੀਂ ਕੀਤੇ, ਕਈਆਂ ਨੇ ਮਿਲ ਕੇ ਕੀਤੇ ਨੇ। ਦੂਰ ਕਿਉਂ ਜਾਓ, ਪਹਿਲਾ ਟੀਕਾ ਸੰਪੂਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ
13 विद्वानों ने मिल के किया सी, कल्ले का नहीं है। भाई साहब भाई वीर सिंह जी ने उस तो बाद उद्यम आरंभिया, लेकिन वो भी अपनी जिंदगी संपूर्ण कर गए, लेकिन टीका संपूर्ण उन्होंने तो ना होया। फिर उन्होंने भाई साहब ने उस अधूरे टीके को अगे पूरा किया। दुनिया च कई ऐसे बुत ने, मूर्तियां जो एक संग तराश दी घड़ी हुई नहीं ने, कईयां ने मिल के मेहनत की है तां मूर्ति बनी है। कई ऐसिया तस्वीरां ने जिन्हां दे किसे एक मुसव्वर ने रंग नहीं भरे, कईयां ने मिल के रंग भरे ने और उस तस्वीर नूं एक महान तस्वीर की रूपरेखा दी है। अनंत ऐसिया संगीत दियां धुनां ने जिसनों एक संगीतकार ने नहीं तैयार किया, कईयां ने मिल के किया है। बड़ी कीमती धुन, बड़ी महान धुन, और उहदे पिछे किसी एक शख्सियत का काम नहीं, एक दिमाग का काम नहीं, कईयां ने मिल के एक संगीत की धुन तैयार की, कईयां ने मिल के एक मूर्ति को जन्म दिता, कईयां ने मिल के एक तस्वीर को जन्म दिता या एक ग्रंथ को जन्म दिता, एक दा नहीं। इस तरह धन गुरु नानक देव जी महाराज के जहन विच संत सिपाही का नक्शा सी। देश के हालात को देख के आप सोचते ने और मनुखता ते निगाह मार के मनुख संत चाहिए, सिर्फ संत नहीं, यदि कोई माला खो लेगा, यदि कोई पग ला देगा। सिपाही सिर्फ सिपाही नहीं, ये तो जालम हो जाएगा, तो जने खने की पग लाएगा। संत आप दे दिल दिमाग दे अंदर एक नक्शा उकरिया, एक तस्वीर उकरी, उसका नाम आपने सिख रखिया। रूहे जमीन दे यही एक कौम है जो दो नामां नाल जानी जाती है, सिख करके, सिंह करके। हैरानगी है, हालांकि हर उम्मत का एको ही नाम होता है। ये सिख भी है, ये सिंह भी है। तो जे अखरी अर्थ करो तो जमीन आसमान का फर्क है। सिख दे ते सिंह दे तालमेल बैठता ही नहीं। सिख, मैं सीखना चाहना, मैं सीखण लई तैयार हाँ, और मैं कुछ भी नहीं जानता, इतनी निर्माणता होवे ते कोई सिख। सिंह सूरबीर, साहस, दलेरी, हिम्मत, जूझण दा चाव, ये दो शब्द आपस दे नेड़े नहीं आउंदे, सिख ते सिंह। धन गुरु नानक देव जी महाराज दे दिमाग दे आप दी सोचनी दे जो एक तस्वीर सी, उसनों आप एक जीवन दे नहीं रंग भर सकते सन, नहीं मुकम्मल कर सकते सन। कम बड़ा लंबा सी। एक रंग की तस्वीर चंगी नहीं लगती, बहु रंग, काफ़ी रंग होवन फिर खूबसूरत। एक सुर दे नाल कोई संगीत की धुन नहीं बनती। जो संगीत की थोड़ी बहुत मस रखते हैं उन्होंने पता होगा एक सुर नाल कोई संगीत नहीं बनता। सत सुरां दे मिश्रण दे नाल, और उहदे च भी कुछ कोमल सुरां ने, कुछ तीबर ने, उन्हों दे मिश्रण दे नाल ही संगीत की धुन बनती है, उंज नहीं। तो जिहड़ा खाका धन गुरु नानक देव जी महाराज ने चितरिया, उस दे च कई रंग भरे गए। इंज कह लो, गुरु नानक ने वो खाका चितरिया, बाकी आप दे जामिया ने, आप दे सरूपां ने उस दे च रंग भरे। जो कुछ आप बनाना चाहते सन, संत सिपाही, गुरु नानक की सोचनी, गुरु नानक की कल्पना, आपनों चारों पासे दिस रहा सी। खून के सोले गावीए नानक, रत का कुंगू पाए वे ला लो। जद भी किसी को ताकत आउंदी है भ्रष्ट हो जाता, कोई भी होवे। जद भी किसी को ताकत आउंदी है तो ताकत एक इतना वड्डा पड़दा है, उहदे सारे अवगुण ढके जाते हैं।
किसी वक्त ईरान के सूफी फकीर शेख सादी ने कहा सी कानून की है मकड़ी का जाला, छोटे छोटे कीड़े मकोड़े फस जाते हैं, हाथी तोड़ के लंघ जाते हैं। जो एक बंदे का कतल कर दे हो सकता है पकड़िया जाए तो सारी जिंदगी जेल दे च रुले, पर जो सड़कों ते लाशां ही लाशां बिछा देवे किसने पकड़ना है, कौन पकड़ेगा। गालबन 3 करोड़ बंदियां दा कातल सी हिटलर, पर कातल करके नहीं याद किया जाता डिक्टेटर। जो एक बंदे का कतल करे कातल, तो जो हज़ारां दियां लाशां बिछा देवे बादशाह, हुक्मरान, प्राइम मिनिस्टर, प्रेजिडेंट है, डिक्टेटर है, बादशाह है। जो एक बंदे की जेब कट लवे चोर है, डकैत है, और जो सारे देश की जेब कट लवे बादशाह है, वो तो हुक्मरान है। उसकी चोरी ढक जाती है ताकत नाल। वो जो लाशां बिछा देंदा और हज़ारां नूं रोण ते मजबूर कर देंदा, सब कुछ ढक जाता है। दिल्ली दीयां गलियां दे सरमद सूफी फकीर नगन घुमदा सी। इसनूं पकड़ के औरंगजेब के दरबार दे पेश किया गया और औरंगजेब भी चाहता सी इसनूं सज़ा देनी है। ये नंगा क्यों घुमदा है? इस्लामी शरह के मुताबिक नगनता गुनाह है। जब इसनूं दीवाने खास दे पेश किया गया औरंगजेब के सामने, तो औरंगजेब के मोंडे ते एक दोशाला सी ऊन दा। वो सिपाही नूं दिता कि तन दे उत्ते पा दे। वो दोशाला सरमद दे तन दे उत्ते पा दिता गया। सर्दियां दे दिन सन, पुराना जमाना, हर एहलकार दे अगों कोलियां दी एक अंगीठी भी पई सी। ते सरमद कहंदा बादशाह सलामत, बड़ी किरपा तो तुसीं कीती, मैनूं दुशाला दे दिता है, पर तुहाडे अगों 2 अंगीठियां पईआं ने, एक इधर भेज दो मैनूं। बादशाह दा इशारा पा के सिपाही ने एक अंगीठी सरमद दे अगों रख दी। वो जिहड़ा दुशाला औरंगजेब ने दिता सी उसने अंगीठी च पा दिता। जल के खाक धुआं। औरंगजेब कहंदा है ये तू की कीता? मैं तेनू तन ढकण वास्ते दुशाला दिता सी। सरमद कहंदा है पेशान दे लिबास हर किरा ऐबे दीद, बेऐबां रा लिबास उरियानी दा। जो गुनाहगार बंदे होंदे ने, तरह तरह के दागी मनुख होंदे ने, उन्होंने ढकण लई दुशाला चाहिए। मैनू देख मेरे च की दाग तैनू दिखाई देंदा है? तैनू लोभ दिखाई देंदा है? तैनू हंकार दिखाई देंदा है? तैनू वासना दिखाई देंदी है? तैनू वैर विरोध दिखाई देंदा है? मैं किस नूं ढका? तैनू चोरी यारी दिखाई देंदी है मेरे विच, मैं किस नूं ढका? तू ढक। तू अपने प्यो नूं जेल दे तड़पा तड़पा के मारिया। तू 3 भरावां नूं कतल कीता तां गद्दी नशीन होया। तू पता नहीं कितने सूफी संतां नूं रोण ते मजबूर कीता। तू पता नहीं कितने घर उजाड़े। बड़ा दाग है, बड़ा जिस्म तेरा दागी है। तैनू दुशालियां दी लोड़ है, मैनू नहीं। पेशान दे लिबास हर किरा ऐबे दीद, बेऐबां रा लिबास उरियानी दाद। सरमद कहंदा जितनी वड्डी जिस मनुख कोल ताकत होवे उसदे औगण उतने ही छुपे रह जाते हैं, उसदे गुनाह उतने ही छुपे रह जाते हैं। ताकत पर्दा बन जाती है, ताकत चद्दर बन जाती है। किसी का मामूली जिहा चिन्ह भी दिखाई देता है, किसी के पहाड़ों वर्गे गुनाह भी नहीं दिखाई देंगे, क्योंकि सतह बहुत जो है ज्यादा है, उसके नाल सब कुछ ढकिया जाता है। तो शेख सादी साहब कहा करते सन कानून सिर्फ मकड़ी का जाल है।
ਇਹਦੇ ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਜੋ 1100 ਸਾਲ ਪਹਿਲੇ ਸੱਚ ਸੀ ਉਹ ਅੱਜ ਵੀ ਸੱਚ ਹੈ, ਇਹ ਵੀ ਮਰਜ਼ ਕਰਦੇ ਹਾਂ। ਜੋ ਕਿਸੇ ਇੱਕ ਦਾ ਕਤਲ ਕਰ ਦੇਵੇ ਉਹ ਕਾਤਲ ਹੈ, ਤੇ ਜੋ ਲੱਖਾਂ ਦੀਆਂ ਲਾਸ਼ਾਂ ਜੋ ਹੈ ਵਿਛਾ ਦੇਵੇ ਕਿਸੇ ਰਾਜਨੀਤੀ ਦੇ ਅਡੰਬਰ ਕਰਕੇ, ਉਹ ਬਾਦਸ਼ਾਹ ਹੈ, ਉਹ ਹੁਕਮਰਾਨ ਹੈ। ਦੁਨੀਆ ਦੇ ਕਾਤਲਾਂ ਨੇ ਕਤਈ ਇਤਨੇ ਕਤਲ ਨਹੀਂ ਕੀਤੇ ਜਿਤਨੇ ਰਾਜਨੀਤਕ ਲੋਕਾਂ ਨੇ ਕਤਲ ਕੀਤੇ ਨੇ। 2.5 ਕਰੋੜ ਬੰਦਿਆਂ ਨੂੰ ਮਾਰ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਆਈ, 3 ਕਰੋੜ ਮਨੁੱਖਾਂ ਨੂੰ ਮਾਰ ਕੇ ਬੇਦਰਦੀ ਨਾਲ ਕਿਧਰੇ ਰਸ਼ੀਆ ਦੇ ਵਿੱਚ ਕ੍ਰਾਂਤੀ ਆਈ ਸੀ, ਔਰ 3 ਕਰੋੜ ਬੰਦਿਆਂ ਦਾ ਇੱਕ ਕਾਤਲ ਹੈ ਹਿਟਲਰ। ਹਜ਼ਾਰਾਂ ਮਨੁੱਖਾਂ ਦੀਆਂ ਲਾਸ਼ਾਂ ਵਿਛਾ ਕੇ ਔਰੰਗਜ਼ੇਬ ਤਖਤ ਤੇ ਬੈਠਾ ਸੀ। ਕੋਈ ਕਾਤਲ ਨਹੀਂ ਕਹਿੰਦਾ, ਬਾਦਸ਼ਾਹ ਨੇ, ਹੁਕਮਰਾਨ ਨੇ, ਹਕੂਮਤ ਦੇ ਮਾਲਕ ਨੇ। ਖੈਰ, ਜਿਤਨੀ ਵੱਡੀ ਕਿਸੇ ਕੋਲ ਤਾਕਤ ਹੋਵੇ ਕਿਸੇ ਤਰ੍ਹਾਂ ਦੀ ਵੀ, ਸਭ ਕੁਝ ਢਕਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇ ਮੁਕਾਬਲੇ ਤੇ ਇੱਕ ਜੋ ਨਕਸ਼ਾ ਚਿਤਰਿਆ, ਤਾਕਤ ਸੰਤ ਦੇ ਕੋਲ ਹੋਵੇ, ਸੰਤ ਹੀ ਸਿੰਘ ਹੋਵੇ ਔਰ ਸਿੰਘ ਹੀ ਸੰਤ ਹੋਵੇ, ਇਹ ਸੋਚਣੀ ਸੀ ਗੁਰੂ ਨਾਨਕ ਦੀ। ਤਾਕਤ ਜਦ ਗਲਤ ਹੱਥਾਂ 'ਚ ਆਉਂਦੀ ਹੈ ਤਾਂ ਬਹੁਤ ਵੱਡਾ ਅਨਰਥ ਕਰਦੀ ਹੈ। ਡਾਕਟਰ ਮੁਹੰਮਦ ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ। ਜਮਹੂਰੀ ਡੈਮੋਕ੍ਰੇਸੀ ਨੂੰ ਤਮਾਸ਼ਾ ਕਹਿੰਦਾ ਹੈ। ਵੱਖ-ਵੱਖ ਤਜਰਬੇ ਹੋਏ ਨੇ ਅੱਜ ਤੱਕ ਹਕੂਮਤ ਦੇ, ਲੇਕਿਨ ਪੁਰਾਣੀ ਹਕੂਮਤ ਜੋ ਵਿਆਪਕ ਰੂਪ ਵਿੱਚ ਸੀ ਤੇ ਹੁਣ ਵੀ ਕਿਧਰੇ ਕਿਧਰੇ ਕਿੰਗਡਮ, ਸ਼ਖਸੀ ਹਕੂਮਤ, ਬਾਦਸ਼ਾਹਤ, ਜਾਂ ਫਿਰ ਜਮਹੂਰੀ ਨਿਜ਼ਾਮ, ਡੈਮੋਕ੍ਰੇਸੀ, ਇਹ ਕਹਿੰਦਾ ਹੈ ਜਲਾਲੇ ਪਾਤਸ਼ਾਹੀ ਹੋ या जमहूरी तमाशा हो, जुदा हो दी सियासत से तो रह जाती है चंगेजी। दीन नू कढ़ दो, धर्म नू कढ़ दो, चाहे शख्सी हुकूमत है ते चाहे जमहूरी निज़ाम है, चाहे किंगडम है ते चाहे डेमोक्रेसी है। कहंदा पिछे बच जाएगा चंगेज खां हलाकू, अगर धर्म नू कढ़ दो, धर्म नू जोड़ दो तो राजा बन जाएगा जनक, राजा बन जाएगा महाराजा रणजीत सिंह, राजा बन जाएगा राम, राजा बन जाएगा कृष्ण। ये दोवें राजे ही सन, एक द्वारका दा एक अयोध्या दा। सारे भारत ने उन्होंने पूजया राजे करके, राजे उन्होंने तो होर चंगे तकड़े तकड़े हुए ने, ये बहुत तगड़े राजे नहीं सन। कृष्ण सिर्फ द्वारका दा राजा है। द्वारका दास ने देखी है गुजरात दे एक छोटा जिहा कस्बा है, सारे गुजरात दा भी कृष्ण राजा नहीं है, द्वारका दा राजा। द्वारका दी अज आबादी 40,000 है, 1 लाख भी नहीं है। ब्राह्मण मैनू कहंदे सन उत्थों दे पुजारी मंदिरां दे, बई अद्धी द्वारका समुंदर दे डुब गई, समुंदर दे कंढे ते। चलो मन लेंदे आ कृष्ण जी दे वक्त 1 लाख दी आबादी होवेगी, चलो इंज मन लेंदे। आले दुआले दे 10-20 कस्बे होर, बस इतना ही राजपाट सी कृष्ण दा, द्वारका दा राजा। सारे देश दे पूजया गया ते देश तो बाहर भी पूजया गया। राम यूपी दा राजा भी नहीं, उत्तरी भारत दा राजा भी नहीं, अयोध्या नरेश सिर्फ अयोध्या दा राजा है। ते अयोध्या दी अज भी आबादी सिर्फ 70,000 है, अज भी छोटा जिहा शहर है। राम दे जमाने ते मैनूं उम्मीद नहीं 70,000 भी होवे, शहर भी 25,000 की आबादी का शहर होवे। आले दुआले दे 10-20 कस्बे होर, अयोध्या दा राजा पूजया गया, सारे देश सन्मानित होया, राजा ही सी। बाकी राजियां दी क्यों नहीं पूजया जिन्हां कोल इलाके भी बहुत वड्डे वड्डे सन। हालांकि ये भी दोवें राजे नूं राजपाट चलाते रहे, बकायदा इन्हां दी सेना सी, बकायदा इन्हां ने जंग की लड़ियां ने, युद्ध लड़े ने। पर ये संत पहले सन, सिपाही बाद दे सन, बस इन्नी गल है, इस करके पूजे गए। वरना युद्ध इन्हां ने भी कीते ने, इन्हां दे हत्थों भी खून वगया और मामूली लड़ाइयां नहीं, चंगियां तगड़ियां लड़ाइयां लड़ियां ने, तगड़े संघर्ष दे चों लंघे ने। पर ये संत पहले सन, सिपाही बाद दे सन,
सारी दुनिया च पूजे गए। राम पूजिया गया, कृष्ण पूजिया गया, जनक सन्मानित होया, ब्रह्म ज्ञानी सी, भगत सी। भाई गुरदास भी कहते हैं भगत वड्डा राजा जनक है, गुरमुख माया विच उदासी। वड्डा भगत क्यों कह देता? अक्सर भगत अगर उदासी सन्यासी लोग जिम्मेवारियां नहीं चुकते, ना गृहस्थ दियां, ना राजनीति दियां, ना आर्थिक कोई भी जिम्मेवारी वो चुकण नूं राजी नहीं होंदे। जनक ने सारियां ही चुक लियां, कहंदे ठीक है मैं परिवारक जिम्मेवारी नूं भी निभावांगा, आर्थिक जिम्मेवारी तो भी मैं मुंह नहीं मोड़ना, मैं राजनीति तो भी मुंह नहीं मोड़ना, और भगती भी करी जाना है, नाम भी जपी जाना है। इस वास्ते भाई गुरदास कहंदे ने ये वड्डा भगत है, किसी भी जिम्मेवारी तो इसने मुंह नहीं मोड़े, और सारियां जिम्मेवारियां बड़े सोहने ढंग नाल निभाईयां। राजे होर बड़े होए ने पर हरिश्चंद्र अज तक पूजिया जाता है। राजे हिंदुस्तान दे हज़ारां हो गुजरे ने, राम पूजिया जाता है, कृष्ण जी पूजे जाते हैं, जनक पूजिया जाता है। सिख जगत दे सैकड़े राजे होए ने, महाराजा रणजीत सिंह की बरसी ते जन्मदिन अज भी सिख जगत मनाता है और सन्मान की दृष्टि नाल देखता है, सत्कारदा है। धन गुरु नानक देव जी महाराज की यह सोचनी कि जो सता है सतवादी के हत्थ च होवे, ताकत संत के हत्थ च होवे, जिसनों दसम पिता के समय इंज मंग के रूप में परमात्मा के अगों प्रार्थना की गई और सारे गुरुद्वारियां च आउंदी है, हे प्रभु राज सता जो खालिस शुद्ध पवित्र मनुख है उहदे हत्थ च होवे। ते खालिस कौन होंदा है, खालसा कौन होंदा है, ये गुरु ग्रंथ साहब जी फैसला करते हैं। परे हो काल सबे जग ऊपर, माहे लिखे ब्रह्म ज्ञानी, कहो कबीर जन भय खालसे, प्रेम भगत जय जानी। स्पष्ट हो गया। ते कलगीधर भी कहते हैं पूर्ण प्रेम प्रतीत सजे, ब्रत गोड़ मड़ी मठ भूल न माने। खालसा कौन है? जिहदे अंदर पूर्ण प्रेम पैदा हो जाए। पूर्ण प्रेम तो मुराद सारियां लई प्रेम, किसी लई घृणा नहीं, किसी लई नफरत नहीं, कोई ओपरा नहीं, कोई बेगाना नहीं। अगर किसी नाल घृणा है, किसी नाल नफरत है, ये खालिस ने अजे शुद्ध नहीं होया। जिस नाल प्रेम होवे उस मनुख नाल मनुख छल नहीं कर सकता, धोखा नहीं कर सकेगा। जिस नाल प्रेम है उसनों मनुख सता नहीं सकता, मार नहीं सकेगा। जिस नाल प्रेम है उस नाल मनुख बेइंसाफी नहीं कर सकता, उदा हक भी नहीं मार सकेगा। प्रेम ऐसा नहीं करने देगा। तो जिस सारियां नाल ही प्रेम होवे तो किसने छल करना है, किसने कपट करना है, किस नाल करना है। पर जिस नाल वैर होवे, जिस नाल दुश्मनी है, उसका तो सब कुछ खो लैण नूं जी करता है। इहदा धन खो लईए, इहदा सुख खो लईए, इहदी इज्जत खो लईए, इसका सन्मान खो लईए, मौका लग जाए तो यदि जिंद जान खो लईए। खोण नूं जी करता है क्योंकि दुश्मनी, खोण नूं जी करता है क्योंकि नफरत, देण नूं भी जी करता है बशर्ते प्रेम होवे। इनू सुख दे दईए, इसनू आराम दे दईए, इसनू सन्मान दे दईए। मौका लग जाए, लोड़ पै जाए, इसनू अपनी जिंद जान दे दईए। देण नूं भी जी करता है बशर्ते प्रेम होवे, खोण नूं भी जी करता है बशर्ते नफरत होवे, घृणा होवे। खालसा कौन? जो प्रेम नाल भर गया, प्रेम की मूर्ति बन गया। प्रेम कोई गुण ना समझना, दान है, ज्ञान है, कला है, संगीत है, कथा है, कीर्तन है, सेवा है, सीखी जा सकती है, सिखाई जा सकती है। प्रेम सीखण सिखाण की गल नहीं है। इत जिसनों याद करिए ना तो याद ही एक दिन प्रेम बन जाती है। बस इन्नी गल है। जिवें खाधी हुई रोटी, खाधा होया भोजन कुछ समय बाद शरीर दे पच के शरीर का रस बन जाता है, खून बन जाता है, इस तरह जिसनों हिरदा बार बार याद करे एक दिन याद ही प्रेम बन जाती है। छकिया होया भोजन खून ना बने, शरीर रोगी है। कीता होया सिमरन प्रेम ना बने, मन रोगी है। ये तो पहचान है। प्रेम हिरदे नूं शुद्ध कर देंदा है। दान भी हिरदे नूं शुद्ध नहीं करता, ज्ञान भी हिरदे नूं शुद्ध नहीं करता। बड़े बड़े ज्ञानी कपटी देखे गए, कबीर नूं कहना पिया हिरदे कपट मुख ज्ञानी, झूठे कहां बिलो वस पानी,
ਗਿਆਨ ਉਦੋਂ ਸਾਰਥਿਕ ਹੈ ਜੇ ਪ੍ਰੇਮ ਹੋਵੇ। ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ, ਹੰਕਾਰੀ ਬਣਾ ਦਿੰਦਾ ਹੈ। ਗੁਸਤਾਖੀ ਮਾਫ। ਜੇ ਪ੍ਰੇਮ ਹੈ ਤਾਂ ਦਾਨ ਸਾਰਥਿਕ ਹੈ, ਵਰਨਾ ਨਹੀਂ। ਪ੍ਰੇਮ ਸਾਰਿਆਂ ਨੂੰ ਗੁਣਵਾਨ ਬਣਾਏਗਾ। ਸੇਵਾ ਇਹਦੇ ਚ ਪ੍ਰੇਮ ਨਹੀਂ ਤਾਂ ਸੇਵਾ ਤੋਂ ਵੀ ਹੰਕਾਰ ਪੈਦਾ ਹੋਵੇਗਾ ਔਰ ਹਿਰਦੇ ਦੀ ਕੋਈ ਸ਼ੁੱਧੀ ਨਹੀਂ ਹੋਵੇਗੀ। ਬੜੇ ਬੜੇ ਦਾਨੀਆਂ ਦੇ ਮਨ ਮੈਲੇ ਦੇਖੇ ਗਏ ਨੇ, ਬੜੇ ਬੜੇ ਸੇਵਾ ਕਰਨ ਵਾਲੇ ਹੰਕਾਰੀ ਦੇਖੇ ਗਏ ਨੇ, ਬੜੇ ਬੜੇ ਗਿਆਨੀ ਕਪਟੀ ਦੇਖੇ ਗਏ ਨੇ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਪ੍ਰੇਮ ਇੱਕ ਅਵਸਥਾ ਹੈ, ਹਿਰਦੇ ਨੂੰ ਬਿਲਕੁਲ ਸ਼ੁੱਧ ਕਰ ਦਿੰਦੀ ਹੈ, ਪਾਵਨ ਕਰ ਦਿੰਦੀ ਹੈ। ਜਿਸ ਨਾਲ ਪ੍ਰੇਮ ਹੋਵੇ ਉਸ ਨਾਲ ਮਨੁੱਖ ਛਲ ਨਹੀਂ ਕਰ ਸਕਦਾ, ਕਪਟ ਨਹੀਂ ਕਰ ਸਕਦਾ, ਧੋਖਾ ਨਹੀਂ ਕਰ ਸਕਦਾ। ਤੇ ਜੇ ਸਾਰਿਆਂ ਨਾਲ ਪ੍ਰੇਮ ਹੋਵੇ, ਕਿਸ ਨਾਲ ਧੋਖਾ ਕਰੇਗਾ, ਕਿਸ ਨਾਲ ਛਲ ਕਰੇਗਾ, ਕਿਸ ਨਾਲ ਕਪਟ ਕਰੇਗਾ, ਔਰ ਇਹ ਕਿਸ ਦਾ ਹੱਕ ਮਾਰੇਗਾ ਔਰ ਕਿਸ ਨਾਲ ਬੇਇਨਸਾਫੀ ਕਰੇਗਾ। ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ, ਪਾਵਨ ਕਰ ਦਿੰਦਾ ਹੈ। ਖਾਲਿਸ, ਖਾਲਿਸ ਲਫ਼ਜ਼ ਪਰਸ਼ੀਅਨ ਦਾ ਹੈ। ਖਾਲਿਸ ਤੋਂ ਮੁਰਾਦ ਖਾਲਿਸ, ਸ਼ੁੱਧ, ਪਾਵਨ, ਪਵਿੱਤਰ। ਜੇ ਹਿੰਦੀ ਸੰਸਕ੍ਰਿਤ ਵਿੱਚ ਕਹੀਏ ਤੇ ਪਵਿੱਤਰ, ਸ਼ੁੱਧ, ਤੇ ਜੇ ਪਰਸ਼ੀਅਨ ਵਿੱਚ ਕਹਿ ਦਈਏ ਤੇ ਖਾਲਿਸ। ਇਹ ਫਾਰਸੀ ਦਾ ਲਫ਼ਜ਼ ਹੈ। ਖਾਲਸਾ ਫਾਰਸੀ ਦਾ ਲਫ਼ਜ਼ ਹੈ, ਪਰਸ਼ੀਅਨ ਹੈ। ਇਹ ਹਿੰਦੁਸਤਾਨੀ ਜ਼ਬਾਨ ਦਾ ਅਲਫਾਜ਼ ਨਹੀਂ ਹੈ ਖਾਲਸਾ। ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਦਸਮ ਪਿਤਾ ਦੀ ਦੇਣ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਮਹਾਪੰਡਿਤ ਸਨ, ਬਹੁਤ ਵਿਦਵਾਨ ਸਨ। ਇਹੀ ਕਾਰਨ ਹੈ ਕਿ ਜਾਪ ਸਾਹਿਬ ਪੜ੍ਹਨਾ ਬੜਾ ਔਖਾ ਹੈ। ਕਈਆਂ ਨੂੰ ਸਾਰੀ ਜ਼ਿੰਦਗੀ ਪੜ੍ਹਦਿਆਂ ਹੋ ਗਈ ਹੈ, ਅਜੇ ਵੀ ਯਾਦ ਨਹੀਂ ਹੁੰਦਾ, ਬਾਕੀ ਬਾਣੀਆਂ ਯਾਦ ਹੋ ਜਾਂਦੀਆਂ ਨੇ। ਇਹ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਸੰਗਮ ਹੈ। ਕਰਮੁਲ ਕਰੀਮ ਹੈ ਕਿ ਰਾਜ਼ ਕਰੀਮ ਹੈ। ਹੁਣ ਪਰਸ਼ੀਅਨ ਤੇ ਸੰਸਕ੍ਰਿਤ ਨੂੰ ਨਾਲ ਮਿਲਾਇਆ, ਜੋੜਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਮੁਖਤਸਰ ਮੈਂ ਅਰਜ਼ ਕਰਾਂ, ਸਤਾ ਸਤਵਾਦੀ ਦੇ ਹੱਥ 'ਚ ਹੋਵੇ। ਕਿਉਂ? ਆਕੀ ਰਹੇ ਨਾ ਕੋਈ ਆਕੀ ਨਹੀਂ ਹੋਵੇਗਾ, ਕੋਈ ਬਾਗੀ ਨਹੀਂ ਹੋਵੇਗਾ, ਕੋਈ ਵਿਦਰੋਹੀ ਨਹੀਂ ਹੋਵੇਗਾ, ਅਗਰ ਸਤਾ ਖਾਲਿਸ ਦੇ ਹੱਥ 'ਚ ਹੈ, ਸ਼ੁੱਧ ਪਵਿੱਤਰ ਮਨੁੱਖ ਦੇ ਹੱਥ 'ਚ। ਤੇ ਪਵਿੱਤਰ ਕੌਣ? ਜੋ ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਹੈ, ਜਿਸ ਦਾ ਹਿਰਦਾ ਸਾਰਿਆਂ ਪ੍ਰਤੀ ਪ੍ਰੇਮ ਨਾਲ ਭਰਿਆ ਹੋਇਆ ਹੈ। ਔਰ ਸਾਰਿਆਂ ਪ੍ਰਤੀ ਹਿਰਦਾ ਉਦੋਂ ਪ੍ਰੇਮ ਨਾਲ ਭਰ ਜਾਂਦਾ ਹੈ ਜਦ ਕੋਈ ਉਸ ਇੱਕ ਮਹਾਸ਼ਕਤੀ ਨਾਲ ਜੁੜਦਾ ਹੈ, ਪ੍ਰਮਾਤਮਾ ਨਾਲ। ਕਿਉਂਕਿ ਪ੍ਰਮਾਤਮਾ ਵਿਆਪਕ ਹੈ। ਹਸਤੀ ਕੀਟੀ ਤ੍ਰਿੜਲੋ ਆਦੰ, ਏਕ ਅਖੰਡਤ ਬਸੇ ਅਨਾਦੰ। ਉਤੇ ਹਾਥੀ ਤੋਂ ਲੈ ਕੇ ਕੀੜੀ ਤੱਕ, ਜ਼ਰਰੇ ਤੋਂ ਲੈ ਕੇ ਸੂਰਜ ਤੱਕ ਵਿਆਪਕ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵਾਕ। ਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਪਰਮਾਤਮਾ ਨੂੰ ਕਿਧਰੇ ਵਿਅਕਤੀ ਨਾ ਮੰਨ ਲੈਣਾ। ਪਰਮਾਤਮਾ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਆਮ ਬੜਾ ਭਾਰੀ ਭੁਲੇਖਾ ਹੈ ਪਰਮਾਤਮਾ ਬਾਰੇ। ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸ਼ਕਤੀ। ਅਗਰ ਉਸ ਨੂੰ ਵਿਅਕਤੀ ਮੰਨੋਗੇ ਤਾਂ ਜਨਮ ਮੰਨਣਾ ਪਏਗਾ, ਔਰ ਜੇ ਜਨਮ ਮੰਨ ਲਿਆ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਜੇ ਭਗਵਾਨ ਜਮਿਆ ਤਾਂ ਫਿਰ ਭਗਵਾਨ ਮਰੇਗਾ ਵੀ। ਗੁਰੂ ਨਾਨਕ ਨੇ ਕਿਹਾ, ਅਜੌਨੀ, ਤੇਰਾ ਕੋਈ ਜਨਮ ਨਹੀਂ। ਤੇ ਕਲਗੀਧਰ ਪਿਤਾ ਕਹਿੰਦੇ ਨੇ, ਅਜਨਮ ਹੈ, ਅਮਰਨ ਹੈ, ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮ੍ਰਿਤੂ ਨਹੀਂ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤਾਂ ਉਸਦੇ ਮਾਂ-ਬਾਪ ਮੰਨਣੇ ਪੈਂਦੇ ਨੇ, ਤੇ ਜੇ ਮਾਂ-ਬਾਪ ਮੰਨ ਲਈਏ ਤਾਂ ਜ਼ਾਤ ਪਾਤ ਵੀ ਮੰਨਣੀ ਪੈਂਦੀ ਹੈ। ਪਾਤਸ਼ਾਹ ਕਹਿੰਦੇ ਨਾ ਤਾਤ ਹੈ, ਨਾ ਮਾਤ ਹੈ, ਨਾ ਜ਼ਾਤ ਹੈ, ਨਾ ਪਾਤ ਹੈ। ਤੇਰੇ ਕੋਈ ਮਾਂ-ਬਾਪ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਵਿਅਕਤੀ ਇੱਕ ਸਮੇਂ 'ਚ ਇੱਕੋ ਹੀ ਥਾਂ ਤੇ ਹੁੰਦਾ, ਸਾਰੀ ਥਾਵਾਂ ਤੇ ਨਹੀਂ ਹੁੰਦਾ। ਇਤਨੀ ਮੈਂ ਅਰਜ਼ ਕਰਾਂ, ਆਪ ਇੱਥੇ ਗੁਰਦੁਆਰੇ 'ਚ ਬੈਠੇ ਹੋ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੋ। ਮੈਂ ਇੱਥੇ ਸਤਿਗੁਰਾਂ ਦੀ ਹਜ਼ੂਰੀ 'ਚ ਤੁਹਾਡੇ ਸਾਹਮਣੇ ਸਟੇਜ ਤੇ ਬੈਠਾ, ਮੈਂ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹਾਂ। ਅਗਰ ਪਰਮਾਤਮਾ ਵਿਅਕਤੀ ਹੈ ਤਾਂ ਹੋਵੇਗਾ ਕਿਧਰੇ ਸੱਤਵੇਂ ਅਸਮਾਨ ਤੇ, ਕਮ ਸੇ ਕਮ ਇੱਥੇ ਤੇ ਨਹੀਂ ਹੈ। ਜਾਂ ਪਾਤਾਲ ਦੇ 'ਚ ਬੈਠਾ ਹੋਵੇਗਾ, ਕੈਲਾਸ਼ ਪਰਬਤ ਤੇ ਹੋਵੇਗਾ। ਲੋਕਾਂ ਨੇ ਵੱਖ-ਵੱਖ ਥਾਂ ਤੇ ਬਿਠਾਇਆ ਹੋਇਆ ਰੱਬ ਨੂੰ, ਜਿਨ੍ਹਾਂ ਨੇ ਰੱਬ ਨੂੰ ਵਿਅਕਤੀ ਮੰਨਿਆ, ਪਰਮਾਤਮਾ ਨੂੰ ਵਿਅਕਤੀ ਮੰਨਿਆ। ਸਾਹਿਬ ਕਹਿੰਦੇ ਨੇ, ਤੂੰ ਸਭਨੀ ਥਾਈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਤੂੰ ਸਭਨੀ ਥਾਈ ਜਿੱਥੇ ਹਾਂ ਜਾਈ, ਸਾਚਾ ਸਿਰਜਣਹਾਰ ਜੀ। ਤੂੰ ਤੇ ਵਿਆਪਕ ਹੈ, ਹਰ ਥਾਂ ਤੇ ਹੈ। ਹਰ ਥਾਂ ਤੇ ਵਿਅਕਤੀ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਹਰ ਥਾਂ ਤੇ ਮਨੁੱਖ ਨਹੀਂ ਹੋ ਸਕਦਾ। ਕਲਗੀਧਰ ਪਿਤਾ ਕਹਿੰਦੇ, ਸੋ ਕਿਉ ਮਾਨਕ ਰੂਪ ਕਹਾਏ, ਸਿੱਧ ਸਮਾਦ ਸਾਧ ਕਰ ਹਾਰੇ, ਕਿਉਂ ਨਾ ਦੇਖਣ ਪਾਏ।
ਉਹਨੂੰ ਮਨੁੱਖ ਕਿਸ ਤਰ੍ਹਾਂ ਆਖੋਗੇ? ਉਹ ਮਨੁੱਖ ਦੀ ਤਰ੍ਹਾਂ ਨਹੀਂ ਦਿਖਾਈ ਦਿੱਤਾ। ਅਗਰ ਮਨੁੱਖ ਹੈ ਤਾਂ ਫਿਰ ਪੂਜਣ ਦੀ ਲੋੜ ਕੀ ਹੈ? ਅੱਜ ਜੰਮਿਆ ਕਲਮ